ਮਤੀ ਦੀ ਇੰਜੀਲ ਉਹਦਾ 8 ਅਧਿਆਏ 24 ਤੋਂ ਲੈ ਕੇ 26 ਆਇਤ ਤੱਕ ਆਪਾਂ ਪੜਾਂਗੇ। ਉਸੇ ਸਮੇਂ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫਾਨ ਆ ਗਿਆ, ਇੱਥੋਂ ਤੱਕ ਕਿ ਬੇੜੀ ਲਹਿਰਾਂ ਦੇ ਵਿੱਚ ਡੁੱਬ ਰਹੀ ਸੀ, ਪਰ ਯਿਸੂ ਗੂੜੀ ਨੀਂਦ ਸੁੱਤਾ ਪਿਆ ਸੀ। ਇਸ ਲਈ ਚੇਲੇ ਯਿਸੂ ਕੋਲ ਆਏ ਤੇ ਉਸ ਨੂੰ ਜਗਾ ਕੇ ਬੋਲੇ, ਪ੍ਰਭੂ ਜੀ ਸਾਨੂੰ ਬਚਾਓ, ਅਸੀਂ ਨਾਸ਼ ਹੋਣ ਵਾਲੇ ਹਾਂ। ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਇੰਨੇ ਡਰੇ ਹੋਏ ਕਿਉਂ ਹੋ? ਤੁਹਾਡਾ ਵਿਸ਼ਵਾਸ ਕੱਚਾ ਹੈ। ਫਿਰ ਯਿਸੂ ਉੱਠਿਆ ਤੇ ਹਨੇਰੀ ਤੇ ਲਹਿਰਾਂ ਨੂੰ ਝਿੜਕਿਆ। ਉਸੇ ਵੇਲੇ ਉੱਥੇ ਪਹਿਲੇ ਵਰਗੀ ਸ਼ਾਂਤੀ ਦਾ ਵਾਤਾਵਰਨ ਹੋ ਗਿਆ। आमीन, प्रेज द लॉर्ड। यीशु अपना शिष्यों को बुला रहे, कच्चे विश्वासी लोगों। ਯਿਸੂ ਆਪਣੇ ਚੇਲਿਆਂ ਨੂੰ ਕਹਿ ਰਿਹਾ, ਕੱਚੇ ਵਿਸ਼ਵਾਸ ਵਾਲੇ, अल्प विश्वासी हैं। ਬੇਪ੍ਰਤੀਤ ਵਾਲੇ। अल्प विश्वासी के मतलब विश्वास पूरा नहीं है। ਬੇਪ੍ਰਤੀਤ ਦਾ ਮਤਲਬ ਇਹੀ ਹੈ ਕਿ ਉਹਨਾਂ ਦਾ ਭਰਪੂਰ ਇੱਕ ਵਿਸ਼ਵਾਸ ਨਹੀਂ ਹੈ, अल्प विश्वास है। ਥੋੜਾ ਵਿਸ਼ਵਾਸ ਹੈ। इस विश्वास से हम आगे चल नहीं पाएंगे। ਹੁਣ ਇਹ ਥੋੜੇ ਵਿਸ਼ਵਾਸ ਨਾਲ ਆਪਾਂ ਅੱਗੇ ਨਹੀਂ ਚੱਲ ਸਕਦੇ। मसीही जीवन की जो नींव है, फाउंडेशन है, विश्वास है। ਮਸੀਹ ਜ਼ਿੰਦਗੀ ਦੀ ਜਿਹੜੀ ਨੀਂਹ ਹੈ ਉਹ ਵਿਸ਼ਵਾਸ ਹੀ ਹੈ। आपकी जीवन की चमत्कार वो विश्वास से है। ਤੁਹਾਡੀ ਜ਼ਿੰਦਗੀ ਦੇ ਜਿਹੜੇ ਚਮਤਕਾਰ ਨੇ ਉਹ ਵੀ ਵਿਸ਼ਵਾਸ ਦੇ ਦੁਆਰਾ आपके ਨੇ। जीवन में जो परिपूर्णता विश्वास से होते हैं। ਤੁਹਾਡੀ ਜ਼ਿੰਦਗੀ 'ਚ ਜਿਹੜੀ ਭਰਪੂਰੀ ਹੈ ਉਹ ਵੀ ਨਿਸ਼ਚਾ ਦੇ ਦੁਆਰਾ ਹੁੰਦੀ ਹੈ। अब यीशु अपने शिष्यों को साथ गदर देश में जा रहे हैं। ਪ੍ਰਭੂ ਯਿਸੂ ਆਪਣੇ ਸ਼ਾਗਿਰਦਾਂ ਦੇ ਨਾਲ ਗਰਸੇਨੀਆਂ ਦੇ ਵਿੱਚ ਜਾ ਰਿਹਾ ਹੈ। जब यीशु जाते समय बाइबल कहते हैं उस किश्ती में यीशु व शिष्यों ने किश्ती चला रहे हैं। ਜਦੋਂ ਪ੍ਰਭੂ ਯਿਸੂ ਮਸੀਹ ਤੇ ਸ਼ਾਗਿਰਦ ਜਾ ਰਹੇ ਸੀ, ਪ੍ਰਭੂ ਯਿਸੂ ਮਸੀਹ ਬੇੜੀ 'ਚ ਸੀ, ਸ਼ਾਗਿਰਦ ਉਸ ਕਿਸ਼ਤੀ ਨੂੰ, ਬੇੜੀ ਨੂੰ ਚਲਾ ਰਹੇ ਸੀ। और उस समुद्र में, ओशन में बड़े आंधी तूफान आए। ਉਸ ਸਾਗਰ ਦੇ ਵਿੱਚ ਬਹੁਤ ਹੀ ਹਨੇਰੀ ਤੇ ਤੂਫਾਨ ਆ ਗਿਆ। शिष्यों को लगा कि इस बार किश्तियां पलट जाएंगे ਸ਼ਾਗਿਰਦਾਂ ਨੂੰ ਐ ਲੱਗਿਆ ਕਿ ਇਹ ਬੇੜੀ ਪੁੱਠੀ ਹੋ ਜਾਊਗੀ, और हम सब डूब जाएंगे। ਅਸੀਂ ਤਾਂ ਸਾਰੇ ਡੁੱਬ ਮਰਾਂਗੇ। किश्ती भी डूबेंगे, ਬੇੜੀ ਵੀ ਡੁੱਬ ਜਾਊਗੀ, शिष्य भी डूबेंगे, ਸ਼ਾਗਿਰਦ ਕਹਿੰਦੇ ਅਸੀਂ ਵੀ ਡੁੱਬ ਜਾਾਂਗੇ, यीशु भी डूब जाएंगे। ਯਿਸੂ ਵੀ ਡੁੱਬ ਜਾਊਗਾ। लेकिन किश्ती में यीशु आराम से सो रहे हैं। ਯਿਸੂ ਕਿਸ਼ਤੀ 'ਚ ਬੜੇ ਹੀ ਸ਼ਾਂਤੀ ਨਾਲ ਸੁੱਤਾ ਪਿਆ। यीशु किश्ती में है, ਯਿਸੂ ਬੇੜੀ ਦੇ ਵਿੱਚ ਹੈ, यीशु अंदर है। ਯਿਸੂ ਤਾਂ ਅੰਦਰ ਹੀ ਹੈ। चाहे तूफान आए, ਭਲਾ ਤੂਫਾਨ ਆਵੇ, चाहे आंधी आए, ਭਲਾ ਹਨੇਰੀ ਆਵੇ, चाहे कुछ भी आ जाए, ਕੁਛ ਵੀ ਹੋ ਜਾਵੇ, जब यीशु है ਜਦੋਂ ਯਿਸੂ ਹੈ ਤਾਂ कुछ नहीं होना। ਤਾਂ ਫਿਰ ਕੁਛ ਨਹੀਂ जब ਵਿਗੜਨਾ। यीशु आपके अंदर है, ਜਦੋਂ ਯਿਸੂ ਤੁਹਾਡੇ जब ਵਿੱਚ ਹੀ ਹੈ यीशु ਤਾਂ, आपके जीवन में है, ਜਦੋਂ ਯਿਸੂ ਤੁਹਾਡੀ जब ਜ਼ਿੰਦਗੀ 'ਚ ਹੈ, यीशु आपके घर पे है, ਜਦੋਂ ਯਿਸੂ ਤੁਹਾਡੇ ਘਰ 'ਚ ਹੈ ਤਾਂ आपके जीवन में nothing will happen। ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਹੋ ਸਕਦਾ। आपके जीवन में कुछ नहीं होगा, ਤੁਹਾਡੀ ਜ਼ਿੰਦਗੀ 'ਚ ਕੁਛ ਨਹੀਂ ਤੁਹਾਨੂੰ क्योंकि ਵਿਗੜਦਾ, प्रभु आपके साथ है। ਕਿਉਂਕਿ ਪ੍ਰਭੂ ਤੁਹਾਡੇ ਨਾਲ ਹੈ। केवल एक व्यक्ति को हम विश्वास कर सकते हैं, ਸਿਰਫ ਇੱਕ ਬੰਦੇ ਤੇ ਵਿਸ਼ਵਾਸ ਕਰ वो ਸਕਦੇ ਹਾਂ, यीशु है। ਉਹ ਯਿਸੂ ਮਸੀਹ ਹੈ। उसने आपका बाँह फड़ लिया ਉਹਨੇ है। ਤੁਹਾਡੀ ਬਾਹ ਫੜ ਲਈ ਹੈ। बाइबल कहते हैं ਬਾਈਬਲ ਕਹਿੰਦੀ ਹੈ यीशु आपके साथ है, ਜਦੋਂ ਯਿਸੂ ਤੁਹਾਡੇ ਨਾਲ ਹੈ आपका खिलाफ कौन हो सकते हैं? ਤਾਂ ਤੁਹਾਡੇ ਵੈਰੀ ਕੌਣ ਹੋ ਸਕਦਾ ਹੈ? कोई नहीं हो सकते हैं। ਕੋਈ ਨਹੀਂ ਹੋ ਸਕਦਾ। उस यीशु पर विश्वास कर सकते ਤੁਸੀਂ हैं। ਉਸ ਯਿਸੂ ਤੇ ਨਿਸ਼ਚਾ ਰੱਖ ਸਕਦੇ ਹੋ। बाइबल कहते हैं ਬਾਣੀ ਕਹਿੰਦੀ ਹੈ दूध पिलाया माँ आपको छोड़ सकते हैं, ਦੁੱਧ ਚੰਗਾਉਣ ਵਾਲੀ ਮਾਂ ਵੀ ਛੱਡ ਸਕਦੀ ਹੈ, माता पिता भूल सकते हैं, ਮਾਂ ਪਿਓ ਭੁੱਲ ਸਕਦੇ ਹੈ, भाई लोग नहीं पूछेंगे, ਭਰਾ ਵੀ ਨਹੀਂ ਪੁੱਛਣਗੇ, बच्चे भी नहीं पूछेंगे, ਜਵਾਕ ਵੀ ਨਹੀਂ ਪੁੱਛਣਗੇ, अपने पड़ोसी भी नहीं पूछेंगे, ਗੁਆਂਢੀ ਵੀ ਨਹੀਂ ਪੁੱਛਣਗੇ, रिश्तेदार भी नहीं पूछेंगे, ਆਪਣੇ ਰਿਸ਼ਤੇਦਾਰ ਨਹੀਂ लेकिन ਪੁੱਛਣਗੇ, यीशु आपको कभी नहीं छोड़ेगा। ਪਰ ਯਿਸੂ ਤੁਹਾਨੂੰ ਕਦੀ ਨਹੀਂ ਛੱਡਦਾ। बाइबल कहते हैं, ਬਾਣੀ ਕਹਿੰਦੀ ਹੈ, यीशु कहते हैं ਯਿਸੂ ਆਖਦਾ मैं ਹੈ, तुझे कभी नहीं त्यागूंगा, ਮੈਂ ਤੈਨੂੰ ਕਦੀ ਨਹੀਂ ਇਕੱਲਾ मैं ਛੱਡਾਂਗਾ, कभी नहीं छूटूंगा, ਮੈਂ ਤੈਨੂੰ ਕਦੀ ਨਹੀਂ ਛੱਡਦਾ, मैं तेरे नाल हूँ, ਮੈਂ ਤੇਰੇ ਸੰਗ ਹਾਂ। आपके साथ है, ਉਹ ਤੁਹਾਡੇ ਨਾਲ ਹੈ, प्राण देने तक, ਜਾਨ ਦੇਣ ਤੱਕ, मौत तक, ਸਾਡੇ ਮਰਨ ਤੱਕ, हमेशा ਸਦਾ मैं तेरे साथ हूँ। ਮੈਂ ਤੇਰੇ ਨਾਲ ਹਾਂ। आप यीशु शिष्य लोग किश्ती में जा रहे हैं, ਯਿਸੂ ਦੇ ਸ਼ਾਗਿਰਦ ਬੇੜੀ 'ਚ ਜਾ ਰਹੇ ਨੇ। समस्या आ गए हैं। ਹੁਣ ਇੱਥੇ ਵੱਡੀ ਇੱਕ ਮੁਸੀਬਤ ਖੜੀ ਹੋ ਗਈ। यीशु उस किश्ती में विश्राम कर रहे हैं। ਯਿਸੂ ਉਸ ਬੇੜੀ ਦੇ ਵਿੱਚ ਆਰਾਮ ਕਰ ਰਿਹਾ ਹੈ। लिखा है सो रहे हैं। ਲਿਖਿਆ ਸੁੱਤਾ ਪਿਆ ਹੈ। यीशु सो नहीं रहे, ਯਿਸੂ ਸੁੱਤਾ ਨਹੀਂ ਪਿਆ, रेस्ट कर रही हैं। ਆਰਾਮ ਕਰ ਰਿਹਾ ਉਹ। इनका विश्वास को चेक कर रहे हैं, ਉਹਨਾਂ ਦੇ ਵਿਸ਼ਵਾਸ ਨੂੰ ਜਾਂਚ ਰਿਹਾ ਹੈ, परख रही हैं। ਪਰਖ ਰਿਹਾ ਉਹ। शिष्यों को विश्वास कितना है? ਚੇਲਿਆਂ ਦੇ ਅੰਦਰ ਕਿੰਨਾ ਕੁ ਵਿਸ਼ਵਾਸ ਹੈ। आंधी आए, ਹਨੇਰੀ ਆਈ, तूफान आए, ਝੱਖੜ ਆਇਆ, इनका विश्वास कितना है? ਇਹਨਾਂ ਦੇ ਅੰਦਰ ਕਿੰਨਾ ਵਿਸ਼ਵਾਸ ਹੈ। लेकिन चले जाकर यीशु को बुलाए, ਸ਼ਾਗਿਰਦਾਂ ਨੇ ਫਿਰ ਯਿਸੂ ਨੂੰ ਬੁਲਾਇਆ, हे स्वामी ਹੈ ਸਵਾਮੀ उठो, ਉੱਠ ਜਾਓ, हम नाश हो रहे, ਅਸੀਂ ਤਾਂ ਮਰ ਰਹੇ ਹਾਂ, हम नष्ट हो रहे, ਅਸੀਂ ਖਤਮ ਹੋ ਰਹੇ ਹਾਂ, हम डूबने जा
रहे हैं, ਆਪਾਂ ਡੁੱਬਣ ਚੱਲੇ ਆ, हम खत्म होने जा रहे हैं। ਆਪਾਂ ਨਾਸ਼ ਹੋਣ ਚੱਲੇ ਆ। यीशु उठा, ਯੀਸ਼ੂ ਉੱਠਿਆ, आंधी तूफानों को देखते हाथ उठाए, ਹਨੇਰੀ ਅਤੇ ਝੱਖੜ ਨੂੰ ਵੇਖ ਕੇ ਯੀਸ਼ੂ ਨੇ ਹੱਥ ਚੱਕਿਆ, लहरों को देख के हाथ उठाए। ਲਹਿਰਾਂ ਨੂੰ ਵੇਖ ਕੇ ਯੀਸ਼ੂ ਨੇ ਹੱਥ ਚੱਕਿਆ। यीशु ने कहा, ਯੀਸ਼ੂ ਨੇ ਆਖਿਆ थम जाए। ਖਾਮੋਸ਼ ਹੋ ਜਾਓ। तुरंत आंधी तूफान लहरें थम गया है। ਉਸੇ ਵੇਲੇ ਹਨੇਰੀ ਤੂਫਾਨ ਹੈ, ਸ਼ਾਂਤ ਦਾ ਵਾਤਾਵਰਨ ਹੋ ਗਿਆ। पता आंधी तूफान कैसे आ गए? ਹਨੇਰੀ ਤੂਫਾਨ ਪਤਾ ਕਿੱਦਾਂ ਆਇਆ? आपने 2 लीटर के कोको कोला लेना है, 2 ਲੀਟਰ ਵਾਲੀ ਜਿਹੜੀ ਬੋਤਲ ਹੈ ਕੋਕਾ ਕੋਲਾ ਦੀ, ਤੁਸੀਂ ਉਹ ਲੈਣੀ ਹੈ। उसको थोड़ा सा हिलाना है, ਉਹਨੂੰ ਥੋੜਾ ਹਿਲਾ ਦਿਓ। या हिलाने की जरूरत नहीं है, ਹਿਲਾਉਣ ਦੀ ਵੀ ਲੋੜ ਨਹੀਂ। ढक्कन खोल के ਉਹਦਾ ਢੱਕਣ ਨੂੰ ਖੋਲ उसके ਕੇ अंदर 1 चम्मच नमक डाल देना। ਤੇ ਉਹਦੇ ਵਿੱਚ 1 ਚਮਚ ਲੂਣ ਪਾ ਦੇਣਾ। क्या होगा? ਫਿਰ ਕੀ ਹੋਊਗਾ? अंदर रहेगा कुछ, ਅੰਦਰ ਬਚੂਗਾ ਉਹ 100 बाहर आ जाएगा। ਉਹ ਸਾਰਾ ਹੀ ਬਾਹਰ ਨਿਕਲ ਆਊਗਾ। समुद्र में आंधी लहरें तूफान इस तरह आए, ਸਮੁੰਦਰ 'ਚ ਹਨੇਰੀ ਤੂਫਾਨ ਤੇ ਲਹਿਰਾਂ ਇਦਾਂ ਦੀਆਂ ਹੀ ਸੀ। लेकिन यीशु ने ढांढा है, दम गया है। ਪਰ ਯੀਸ਼ੂ ਨੇ ਜਦੋਂ ਝਿੜਕਿਆ ਉਹ ਸ਼ਾਂਤ ਹੋ ਗਿਆ। यीशु किश्ती में है, लेकिन इन गरीब शरीफ क्या बोल सकते हैं, अल्प विश्वासी, जिसको विश्वास नहीं है, वो घबरा गया है। ਪ੍ਰਭੂ ਯੀਸ਼ੂ ਮਸੀਹ ਖੁਦ ਆਪ ਬੇੜੀ 'ਚ ਹੈ, ਪਰ ਇਹ ਜਿਹੜੇ ਸ਼ਾਗਿਰਦ ਹੈ ਇਹ ਕਿੰਨੇ ਸ਼ਰੀਫ ਹੈ, ਕਿੰਨਾ ਇਹਨਾਂ ਦਾ ਵਿਸ਼ਵਾਸ, ਥੋੜਾ ਵਿਸ਼ਵਾਸ ਹੈ, ਥੋੜੇ ਵਿਸ਼ਵਾਸ ਕਰਕੇ ਇਹ ਘਬਰਾ ਗਏ ਆ। कई लोग हम भी उसी तरह होते हैं। ਕਈ ਵਾਰੀ ਆਪਾਂ ਵੀ ਉਹਨਾਂ ਦੇ ਵਰਗੇ ਹੀ ਹੁੰਨੇ ਆ। यीशु अंदर है, ਯੀਸ਼ੂ ਤਾਂ ਅੰਦਰ ਹੀ ਹੈ। समस्या में टूट जाते हैं, ਮੁਸ਼ਕਲਾਂ ਦੇ ਵਿੱਚ ਆਪਾਂ ਟੁੱਟ ਜਾਂਦੇ ਆ, समस्या में घबराए जाते हैं। ਮੁਸ਼ਕਲਾਂ 'ਚ ਆਪਾਂ ਘਬਰਾ ਜਾਂਦੇ ਆ। ये संजय नगर से एक भाई आके मुझे कहा, ਸੰਜੇ ਨਗਰ ਤੋਂ ਇੱਕ ਵਾਰੀ ਇੱਕ ਭਰਾ ਨੇ ਆ ਕੇ ਆਖਿਆ, यीशु बुखार ठीक करते हैं, ਯੀਸ਼ੂ ਬੁਖਾਰ ਨੂੰ ਚੰਗਾ ਕਰ ਦਿੰਦਾ, अंधे को आंखें भी देते हैं, ਅੰਨੇ ਦੀ ਅੱਖਾਂ ਵੀ ਖੋਲ ਦਿੰਦਾ, मुर्दे को जिंदा भी कर देते हैं, ਮਰੇ ਨੂੰ ਵੀ ਜੀਵਨ ਦਿੰਦਾ। लेकिन यीशु पैसा नहीं दे सकते हैं। ਯੀਸ਼ੂ ਧਨ ਨਹੀਂ ਦੇ ਸਕਦਾ। मैंने पूछा क्यों? ਉਹਨੂੰ ਪੁੱਛਿਆ ਬਈ ਕਿਉਂ? यदि यीशु पैसा दे सकते तो मैं गरीब नहीं होते, मैं अमीर हो जाते। ਜੇ ਯੀਸ਼ੂ ਪੈਸਾ ਦਿੰਦਾ ਤੇ ਮੈਂ ਗਰੀਬ ਨਾ ਰਹਿੰਦਾ, ਮੈਂ ਅਮੀਰ ਹੋ मैंने ਜਾਂਦਾ। कहा तू प्रभु नहीं चाहते हैं तुझे अमीर बनाना, तुझे गरीब बना के रखना प्रभु चाहते हैं। ਤੇ ਉਹਨੂੰ ਕਿਹਾ ਕਿ ਪ੍ਰਭੂ ਨਹੀਂ ਚਾਹੁੰਦੇ ਕਿ ਤੂੰ ਧਨਵਾਨ ਹੋ ਜਾਏ, ਪ੍ਰਭੂ ਚਾਹੁੰਦੇ ਕਿ ਤੂੰ ਗਰੀਬ ਬਣ ਕੇ ਰਹੇ, क्योंकि तेरे नजर हमेशा पैसे के ऊपर है। ਕਿਉਂਕਿ ਤੇਰੀ ਨਿਗਾਹ ਹੀ ਧਨ ਦੇ ਉੱਤੇ ਆ। जैसे यीशु अंधे को आंखें देते हैं, ਜਿੱਦਾਂ ਯੀਸ਼ੂ ਅੰਨੇ ਦੀ ਅੱਖਾਂ ਖੋਲਦੇ ਆ, जैसे यीशु चमत्कार करते हैं, ਜਿੱਦਾਂ ਯੀਸ਼ੂ ਚਮਤਕਾਰ ਕਰਦੇ ਆ, तेरे हर एक जरूरतें प्रभु पूरा करेंगे। ਤੇਰੀਆਂ ਸਾਰੀਆਂ ਲੋੜਾਂ ਪਰਮੇਸ਼ਰ ਪੂਰੀਆਂ ਕਰੂਗਾ। तुझे विश्वास है, ਤੈਨੂੰ ਇਹ ਵਿਸ਼ਵਾਸ ਤਾਂ ਹੈਗਾ, तो चमत्कार हो जाते हैं। ਤਾਂ ਚਮਤਕਾਰ ਹੋ ਜਾਂਦੇ मेरा ਆ। विश्वास यही है, ਤੇਰਾ ਵਿਸ਼ਵਾਸ ਏਦਾਂ ਦਾ ਹੈ, यीशु पैसा नहीं दे सकते ਪਰ हैं, ਯੀਸ਼ੂ ਧਨ ਨਹੀਂ ਦੇ ਸਕਦਾ। इसलिए नहीं दे सकते हैं। ਇਸੇ ਕਰਕੇ ਉਹ ਨਹੀਂ ਦੇ ਰਿਹਾ मेरा ਤੈਨੂੰ। विश्वास है, ਤੇਰਾ ਵਿਸ਼ਵਾਸ ਹੈ, नहीं दे सकते हैं, ਨਹੀਂ ਦੇ ਸਕਦਾ, इसलिए नहीं मिलेंगे। ਇਸੇ ਕਰਕੇ ਤੈਨੂੰ ਮਿਲੂਗਾ ਵੀ ਨਹੀਂ। समझ आ गए? आपका विश्वास चाहिए। ਤੁਹਾਡੇ ਅੰਦਰ ਵੀ ਉਹ ਵਿਸ਼ਵਾਸ ਚਾਹੀਦਾ जब ਹੈ। आपको विश्वास है, ਜਦੋਂ ਤੁਹਾਡੇ ਅੰਦਰ ਉਹ ਨਿਸ਼ਚੈ ਹੈ, उस विश्वास पूरा हो जाएंगे। ਉਹ ਪੂਰਾ ਕਰ ਦੂਗਾ। विश्वास से सब कुछ उत्पन्न होता है। ਵਿਸ਼ਵਾਸ ਦੇ ਨਾਲ ਸਭ ਕੁਝ ਜਨਮ ਲੈਂਦਾ ਹੈ। यीशु अंदर है, ਯੀਸ਼ੂ ਤਾਂ ਅੰਦਰ ਹੈ, यीशु किश्ती में है, ਯੀਸ਼ੂ ਬੇੜੀ 'ਚ ਹੈ, घबराए जा रहे हैं। ਫਿਰ ਵੀ ਉਹ ਘਬਰਾ ਰਹੇ ਨੇ। डूबा तो नहीं है, ਡੁੱਬੇ ਤਾਂ ਨਹੀਂ, आंधी तूफान लहरे में है, ਹਨੇਰੀ ਤੂਫਾਨ ਝੱਖੜ ਹੈ, डूबने में लायक है, ਪਰ ਡੁੱਬਣ ਵਾਲੇ ਹੀ ਨੇ, लेकिन डूबा नहीं है। ਪਰ ਉਹ ਡੁੱਬੇ ਨਹੀਂ। ये समस्या आपके जीवन में आ सकते हैं। ਇਹ ਮੁਸੀਬਤਾਂ ਤੁਹਾਡੀ ਜ਼ਿੰਦਗੀ 'ਚ ਵੀ ਆ ਸਕਦੀਆਂ। आप मसीह में हैं, ਤੁਸੀਂ ਪ੍ਰਭੂ ਦੇ ਵਿੱਚ ਹੋ, यीशु आपके अंदर है, ਯੀਸ਼ੂ ਤੁਹਾਡੇ ਵਿੱਚ ਆ। परीक्षा आएंगे, ਅਜਮਾਇਸ਼ ਆਊਗੀ, दुख आएंगे, ਮੁਸੀਬਤ ਆਊਗੀ, प्रॉब्लम आएंगे, ਸਮੱਸਿਆ ਆਊਗੀ, गरीबी आएंगे, ਗਰੀਬੀ ਵੀ ਆਊਗੀ, बीमारी भी आएंगे, ਰੋਗ ਵੀ ਆਣਗੇ, हर प्रकार के कष्ट आ सकते हैं। ਹਰ ਤਰ੍ਹਾਂ ਦੀਆਂ ਮੁਸੀਬਤਾਂ ਆ लेकिन ਸਕਦੀਆਂ। बिलीव दैट यीशु आपको
छुड़ाने वाले हैं। ਪਰ ਤੁਸੀਂ ਇਹ ਵਿਸ਼ਵਾਸ ਕਰਿਓ ਕਿ ਯੀਸ਼ੂ ਤੁਹਾਨੂੰ ਉਹਦੇ ਚੋਂ ਬਾਹਰ ਕੱਢਣ ਵਾਲਾ ਹੈ। यीशु आपको छुड़ाने वाले हैं। ਯੀਸ਼ੂ ਤੁਹਾਨੂੰ ਉਹਦੇ ਚੋਂ ਆਜ਼ਾਦ ਕਰਨ ਵਾਲਾ ਹੈ। यीशु आपको छुड़ाएंगे। ਯੀਸ਼ੂ ਤੁਹਾਨੂੰ ਆਜ਼ਾਦ ਕਰੇਗਾ। यीशु आपको आजाद करेंगे। ਯੀਸ਼ੂ ਤੁਹਾਨੂੰ ਛੁਟਕਾਰਾ ਦੇਵੇਗਾ। आप विश्वास करना है। ਤੁਸੀਂ ਇਹ ਨਿਸ਼ਚਾ ਕਰਨੀ ਹੈ, यीशु मेरे अंदर है। ਯੀਸ਼ੂ ਮੇਰੇ ਅੰਦਰ ਹੈ। कई लोग अपने बच्चों को प्रति घबराए जाते हैं। ਇਹ ਲੋਕ ਆਪਦੇ ਜਵਾਕਾਂ ਦੇ ਪ੍ਰਤੀ ਬੜੇ ਘਬਰਾਉਂਦੇ ਆ। बच्चों को कैसे पढ़ाएंगे, ਬੱਚਿਆਂ ਨੂੰ ਕਿੱਦਾਂ ਪੜ੍ਹਾਈ ਕਰਾਵਾਂਗੇ, बच्चों को कैसे ब्याह कराएंगे, ਬੱਚਿਆਂ ਦੇ ਵਿਆਹ ਕਿੱਦਾਂ घर ਕਰਾਵਾਂਗੇ, कैसे बनाएंगे, ਮਕਾਨ ਕਿੱਦਾਂ ਬਣਾਵਾਂਗੇ, आगे कैसे चलेंगे, ਅਗਾਂਹ ਫਿਰ ਕਿੱਦਾਂ क्या ਚੱਲੂਗਾ, खाएंगे, ਕੀ ਖਾਵਾਂਗੇ, क्या पहनेंगे, ਕੀ ਪਾਵਾਂਗੇ। इस चिंता में है। ਇਹ ਬੋਝ ਦੇ ਵਿੱਚ ਨੇ। ऐसा किसी को चिंता है तो हाथ उठाएं। ਜੇ ਐਦਾਂ ਕੋਈ ਬੋਝ ਹੇਠ ਆ ਤਾਂ ਉਹ ਹੱਥ ਖੜਾ ਕਰਿਓ। 1 2 3 4 5। आपके अल्प विश्वास के कारण ये चिंता है। ਤੁਹਾਡੇ ਘੱਟ ਵਿਸ਼ਵਾਸ ਦੇ ਕਰਕੇ ਤੁਸੀਂ ਇਹ ਫਿਕਰ 'ਚ ਰਹਿੰਦੇ ਹੋ। बाइबल कहते हैं ਬਾਣੀ ਕਹਿੰਦੀ ਹੈ गैर कौम ये विश्वास करते हैं, ਅੰਨੇ ਜਾਤੀ ਐਦਾਂ ਦਾ ਵਿਸ਼ਵਾਸ 'ਚ ਰਹਿੰਦੇ ਆ। इस समस्या में रहते हैं, ਇਸ ਉਹ ਮੁਸ਼ਕਲ 'ਚ ਰਹਿੰਦੇ ਆ। इस प्रॉब्लम में रहते हैं। ਇਹ ਉਹ ਮੁਸੀਬਤਾਂ 'ਚ ਰਹਿੰਦੇ ਆ। प्रभु पर विश्वास करने वाले, ਜਿਹੜੇ ਪ੍ਰਭੂ ਤੇ ਨਿਸ਼ਚਾ ਕਰਨ ਵਾਲੇ, प्रभु में रहने वाले, ਜਿਹੜੇ ਪ੍ਰਭੂ ਦੇ ਵਿੱਚ ਰਹਿਣ ਵਾਲੇ, उन्हें विश्वास से हैं। ਉਹਨਾਂ ਨੂੰ ਇਹ ਨਿਸ਼ਚਾ ਹੈ यीशु मेरे अंदर है, ਯੀਸ਼ੂ ਮੇਰੇ ਵਿੱਚ ਆ, यीशु मेरे अंदर है, ਯੀਸ਼ੂ ਮੇਰੇ ਵਿੱਚ ਆ, यीशु मेरी हर जरूरतें पूरी करेंगे। ਯੀਸ਼ੂ ਮੇਰੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰੂਗਾ। हालेलुया। ਹਾਲੇਲੂਇਆ। आपने कभी सेंट पैट्रिक के विषय में सुना होगा। ਤੇ ਤੁਸੀਂ ਸੈਂਟ ਪੈਟ੍ਰਿਕ ਦੇ ਬਾਰੇ ਸੁਣਿਆ ਹੋਊਗਾ। सेंट पैट्रिक आयरलैंड में रहने वाले एक कैथोलिक व्यक्ति था, ਤੇ ਸੈਂਟ ਪੈਟ੍ਰਿਕ ਇੱਕ ਆਇਰਲੈਂਡ ਦੇ ਵਿੱਚ ਰਹਿਣ ਵਾਲਾ ਇੱਕ ਕੈਥੋਲਿਕ ਇੱਕ ਵਿਸ਼ਵਾਸੀ ਸੀ। लेकिन वो पूर्ण विश्वास में आए। ਉਹ ਇੱਕ ਭਰਪੂਰ ਵਿਸ਼ਵਾਸ 'ਚ ਆ ਗਿਆ। आपके जैसे विश्वासी हैं। ਤੁਹਾਡੇ ਤਰ੍ਹਾਂ ਉਹ ਵਿਸ਼ਵਾਸੀ ਹੈ। बहुत पुराना साल की बात है। ਬਹੁਤ ਸਮੇਂ ਪਹਿਲੇ ਦੀ ਗੱਲ ਹੈ। अमेरिका में सेंट पैट्रिक के नाम में एक दिन भी है, डे मनाते ਤੇ हैं। ਅਮਰੀਕਾ ਦੇ ਵਿੱਚ ਸੈਂਟ ਪੈਟ੍ਰਿਕ ਦੇ ਨਾਂ ਦੇ ਵਿੱਚ ਇੱਕ ਦਿਨ ਵੀ ਉਹ ਜਸ਼ਨ ਕਰਕੇ ਮਨਾਉਂਦੇ ਆ। सेंट पैट्रिक ने विश्वास किया है, ਸੈਂਟ ਪੈਟ੍ਰਿਕ ਨੇ ਏਦਾਂ ਇੱਕ ਵਿਸ਼ਵਾਸ ਕੀਤਾ, यीशु मेरे अंदर है, ਯੀਸ਼ੂ ਮੇਰੇ ਵਿੱਚ ਆ, यीशु मेरे ऊपर है, ਯੀਸ਼ੂ ਮੇਰੇ ਉੱਤੇ ਆ, यीशु मेरे नीचे है, ਯੀਸ਼ੂ ਮੇਰੇ ਥੱਲੇ ਆ, यीशु मेरे आगे है, ਯੀਸ਼ੂ ਮੇਰੇ ਅੱਗੇ ਆ, यीशु मेरे पीछे है, ਯੀਸ਼ੂ ਮੇਰੇ ਮਗਰ ਆ, यीशु मेरे दाहिने है, ਯੀਸ਼ੂ ਮੇਰੇ ਸੱਜੇ ਆ, यीशु मेरे बाएं है, ਯੀਸ਼ੂ ਮੇਰੇ ਖੱਬੇ ਆ, यीशु मेरे अंदर है। ਯੀਸ਼ੂ ਮੇਰੇ ਵਿੱਚ ਆ। उस देश में ਉਹ ਇਲਾਕੇ 'ਚ बहुत सारे सांप था, ਬਹੁਤ ਸਾਰੇ ਸੱਪ ਸੀ, बहुत सारे बिच्छुए थे। ਬਹੁਤ ਸਾਰੇ ਠੂਏ ਸੀ। लोग रोज मरते थे सांप से टेस्ट कर। ਤੇ ਸੱਪ ਦੇ ਦੁਆਰਾ ਲੋਕ ਰੋਜ਼ ਮਰਦੇ ਸੀ। ਸੱਪ ਡਸ ਲੈਂਦਾ ਸੀ ਲੋਕਾਂ ਨੂੰ। बिच्छू रोज मारते थे लोगों को। ਤੇ ਜਿਹੜਾ ਠੂਆ ਉਹ ਵੀ ਡੰਗ ਮਾਰ ਦਿੰਦਾ ਸੀ ਲੋਕਾਂ ਨੂੰ उसने ਰੋਜ਼। प्रभु से प्रार्थना किया ਉਹਨੇ है, ਪ੍ਰਭੂ ਅੱਗੇ ਦੁਆ ਕੀਤੀ, यीशु मेरे अंदर है, ਯੀਸ਼ੂ ਮੇਰੇ ਵਿੱਚ ਆ, मैं आज्ञा दे रहा हूँ, ਮੈਂ ਹੁਕਮ ਦਿੰਦਾ ਹਾਂ, मैं शैतान को हुक्म दे रहा हूँ, ਮੈਂ ਸ਼ੈਤਾਨ ਨੂੰ ਹੁਕਮ ਦਿੰਦਾ, सांप को हुक्म दे रहा हूँ, ਇਸ ਸੱਪ ਨੂੰ ਆਗਿਆ ਦਿੰਦਾ, बिच्छुओं को हुक्म दे रहा ਇਹ हूँ। ਠੂਏ ਨੂੰ ਆਗਿਆ ਦਿੰਦਾ। आज के बाद, ਅੱਜ ਤੋਂ ਬਾਅਦ, इस समय के बाद, ਇਸ ਵੇਲੇ ਤੋਂ ਬਾਅਦ इस देश में ਇਸ ਇਲਾਕੇ 'ਚ ना कोई बिच्छू ना कोई सांप रहना है। ਨਾ ਤਾਂ ਕੋਈ ਠੂਆ ਤੇ ਨਾ ਹੀ ਕੋਈ ਸੱਪ ਹੋਣਾ ਹੈ। यीशु नासरी के नाम से ਯੀਸ਼ੂ ਨਾਸਰੀ ਦੇ ਨਾਂ ਦੇ ਵਿੱਚ गेट आउट। ਚਲੇ ਜਾਓ। एक खुशखबरी आपको बताना चाहता हूँ। ਇੱਕ ਖੁਸ਼ੀ ਦੀ ਗੱਲ ਤੁਹਾਨੂੰ ਦੱਸਦੇ ਹਾਂ। आज तक उस देश में ना सांप है ना बिच्छू है। ਅੱਜ ਤੱਕ ਉਹ ਦੇਸ਼ 'ਚ ਨਾ ਤਾਂ ਕੋਈ ਸੱਪ ਹੈ ਤੇ ਨਾ ਹੀ ਕੋਈ ਠੂਆ ਹੈ। उसने विश्वास किया यीशु मेरे अंदर है। ਉਹਨੇ ਨਿਸ਼ਚਾ ਕੀਤੀ ਯੀਸ਼ੂ ਮੇਰੇ ਵਿੱਚ ਆ। जब यीशु आपके अंदर है, ਜਦੋਂ ਯੀਸ਼ੂ ਤੁਹਾਡੇ ਵਿੱਚ ਆ आप जो मुंह खोल के कहेगा वही संभव हो ਤੇ जाएंगे। ਤੁਸੀਂ ਜੋ ਆਖ ਦੋਵੋਗੇ ਉਹੀ ਪੂਰਾ ਹੋ ਜਾਊਗਾ। आप देखो ये शिष्य लोग यीशु के साथ किस्ती में है, लेकिन उनका विश्वास अल्प विश्वास से घबराए जा रहे हैं। हम नाश हो रहे, हम नष्ट हो रहे हैं। ਹੁਣ ਇੱਥੇ ਇੱਕ ਬੇੜੀ ਦੇ ਵਿੱਚ ਚੇਲਿਆਂ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਵੀ ਹੈ। ਫਿਰ ਵੀ ਇਹ ਜਿਹੜੇ ਸ਼ਾਗਿਰਦਾਂ ਦਾ ਘੱਟ ਵਿਸ਼ਵਾਸ ਹੈ ਤੇ ਉਹ ਕਹਿੰਦੇ ਕਿ ਅਸੀਂ ਖਤਮ ਹੋ ਰਹੇ ਹਾਂ, ਅਸੀਂ ਨਾਸ਼ ਹੋ ਰਹੇ ਹਾਂ। जब यीशु आपके अंदर है, ਜਦੋਂ ਯੀਸ਼ੂ ਤੁਹਾਡੇ ਵਿੱਚ ਆ क्यों घबराना है? ਕਿਉਂ ਘਬਰਾਉਂਦੇ ਹੋ ਤੁਸੀਂ? सेंट पैट्रिक ने पता क्या किया है? ਸੈਂਟ ਪੈਟ੍ਰਿਕ ਨੇ ਪਤਾ ਕੀ ਕੀਤਾ? बहुत सारे मुर्दे को जिंदा किया है। ਬਹੁਤ ਸਾਰੇ ਮਰਿਆਂ ਨੂੰ ਜਿੰਦਾ ਕੀਤਾ।
आयरलैंड में बहुत सारे मुर्दे को जिंदा किया है। ਆਇਰਲੈਂਡ ਦੇ ਵਿੱਚ ਬਹੁਤ ਸਾਰੇ ਮਰਿਆਂ ਨੂੰ ਉਹਨੇ ਜਿਉਂਦਾ ਕੀਤਾ। आयरलैंड इंग्लैंड के साथ जो है देश है आयरलैंड है। ਇੰਗਲੈਂਡ ਦੇ ਨਾਲ ਇੱਕ ਇਲਾਕਾ ਹੈ ਆਇਰਲੈਂਡ। आयरलैंड में इंग्लैंड का करेंसी पाउंड चल रही है। ਤੇ ਆਇਰਲੈਂਡ ਦੇ ਵਿੱਚ ਇੰਗਲੈਂਡ ਦੀ ਜਿਹੜੀ ਕਰੰਸੀ ਹੈ ਪੈਸਾ ਉਹ ਚੱਲਦੀ ਹੈ। उस देश में बहुत सारे लोग मर गए, उस मुर्दे को जिंदा किया। ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਮਰੇ ਪਰ ਇਹਨੇ ਉਹਨਾਂ ਮਰਿਆ ਹੋਇਆਂ ਨੂੰ ਜਿਉਂਦਾ ਕੀਤਾ। जो लोग मर जाते थे ਜਿਹੜੇ ਮਰ ਜਾਂਦੇ ਸੀ सेंट पैट्रिक के पास भाग के आते थे। ਸੈਂਟ ਪੈਟਰਿਕ ਦੇ ਕੋਲੇ ਭੱਜ ਕੇ ਲੈ ਆਉਂਦੇ ਸੀ। पाजी पाजी ओहो हाँ हमारे दीदी मार गया, आप जल्दी आ जाओ जल्दी आ जाओ। वो जाके यीशु के नाम से खड़े हो जाए। ਉਹ ਕਹਿੰਦੇ ਕਿ ਪਾਸਟਰ ਜੀ ਤੁਸੀਂ ਆਓ, ਮੇਰੀ ਜਿਹੜੀ ਭੈਣ ਆ ਉਹ ਮਰ ਚੁੱਕੀ ਆ। ਉਹ ਭੱਜ ਕੇ ਜਾਂਦਾ ਸੀ, ਕਹਿੰਦੇ ਯਿਸੂ ਦੇ ਨਾਂ 'ਚ ਖੜੀ ਹੋ ਜਾ। खड़े हो जाते हैं। ਉਹ ਖੜੀ ਹੋ ਜਾਂਦੀ ਸੀ। ਉਹ अब मैं चैलेंज कर रहा, अभी हमारे बीच में कोई लाश आएगा तो अभी छंगे हो जाते हैं, अभी जिंदा हो जाते हैं। ਤੇ ਜੇ ਆਪਣੇ ਸੰਗਤ ਦੇ ਵਿੱਚ ਹੁਣ ਕੋਈ ਮਰਿਆ ਆ ਜੇ ਤਾਂ ਸੱਚਮੁੱਚ ਉਹ ਇੱਕ ਚੁਣੌਤੀ ਦਿੰਨੇ ਆ ਕਿ ਉਹ ਜਿਉਂਦਾ ਹੋ ਜਾਊਗਾ। ऐसा टाइम ना लेके आए पास्टर सोते समय लाए और दरवाजा खड़का दे, पास्टर जी मर गया, अब इसको जिंदा कर दो। ਤੇ ਉਦਾਂ ਨਹੀਂ ਕਿ ਜਦੋਂ ਪ੍ਰਭੂ ਦੇ ਦਾਸ ਸੁੱਤੇ ਪਏ ਤੇ ਉਦੋਂ ਤੁਸੀਂ ਦਰਵਾਜ਼ਾ ਖੜਕਾ ਕੇ ਕਹਿ ਦੋ ਕਿ ਪਾਸਟਰ ਜੀ ਉਠੋ ਤੇ ਆ ਮਰਿਆ ਇਹਨੂੰ ਜਿਉਂਦਾ ਕਰ ਦਿਓ। ऐसे प्रभु की उपस्थिति प्रेजेंस के बीच में आप मुर्दे को लेकर आए, वो जिंदा हो जाएंगे। ਇਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜੇ ਮਰੇ ਨੂੰ ਵੀ ਲਿਆਨੇ ਤਾਂ ਉਹ ਵੀ ਜੀਵਨ ਪਾਵੇਗਾ। विश्वास है आपको? ਕੀ ਤੁਹਾਨੂੰ ਇਦਾਂ ਦਾ ਵਿਸ਼ਵਾਸ ਹੈ? यदि घर पे लेकर आएगा तो भी ठीक जिंदा हो जाएंगे। ਘਰੇ ਲਿਆਓਗੇ ਤਾਂ ਵੀ ਉਹ ਜਿਉਂਦਾ ਹੋ ਜਾਊਗਾ। विश्वास है? ਵਿਸ਼ਵਾਸ ਹੈ? आप भी जिंदा कर सकते हैं। ਇਹ ਤੁਸੀਂ ਵੀ ਇਦਾਂ ਕਰ ਸਕਦੇ ਹੋ। ਸੈਂਟ ਪੈਟਰਿਕ ਨੇ ਬਹੁਤ ਸਾਰੇ ਮਰਿਆਂ ਨੂੰ ਜਿੰਦਾ ਕੀਤਾ। इसकी चर्चा देश के राजा को पता लगा है। ਇਹਦੀ ਜਿਹੜੀ ਚਰਚਾ ਆ ਦੇਸ਼ ਦੇ ਜਿਹੜੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਉਹਦੇ ਬਾਰੇ। राजा ने उसको देखना चाहते हैं। ਹੁਣ ਪਾਤਸ਼ਾਹ ਜਿਹੜਾ ਉਹਨੂੰ ਵੇਖਣਾ ਚਾਹੁੰਦਾ ਹੈ। राजा के पास चले गए, ਪਾਤਸ਼ਾਹ ਦੇ ਕੋਲੇ ਚਲਿਆ ਗਿਆ। ਉਹ राजमहल में चले गए। ਉਸ ਮਹਿਲ ਦੇ ਵਿੱਚ ਚਲਿਆ ਗਿਆ। राजा का हुक्म है। ਪਾਤਸ਼ਾਹ ਦੀ ਆਗਿਆ। सेंट पैट्रिक ने सोचा पता नहीं क्यों राजा बुला रहे हैं। ਸੈਂਟ ਪੈਟਰਿਕ ਨੇ ਸੋਚਿਆ ਪਤਾ ਨਹੀਂ ਕੀ ਗੱਲ ਹੋ ਗਈ, ਪਾਤਸ਼ਾਹ ਮੈਨੂੰ ਸੱਦਿਆ। राजा है, कुछ भी कर सकते हैं। ਪਾਤਸ਼ਾਹ ਉਹ ਤਾਂ ਕੁਝ ਵੀ ਕਰ ਸਕਦਾ ਹੈ। चले गए राजा के पास। ਚਲਿਆ ਗਿਆ ਪਾਤਸ਼ਾਹ ਦੇ ਕੋਲੇ। ਉਹ राजा ने कहा मैंने सुना तुम मुर्दे को जिंदा करते हैं। ਪਾਤਸ਼ਾਹ ਨੇ ਕਿਹਾ ਕਿ ਮੈਂ ਸੁਣਿਆ ਕਿ ਤੂੰ ਮਰੇ ਨੂੰ ਵੀ ਜਿੰਦਾ ਕਰ ਦੇਣਾ। उसने कहा ਉਹਨੇ ਆਖਿਆ मैं नहीं, यीशु करता है। ਮੈਂ ਨਹੀਂ, ਯਿਸੂ ਕਰਦਾ ਹੈ। मैं सिर्फ हुक्म करते हैं। ਮੈਂ ਤਾਂ ਸਿਰਫ ਆਗਿਆ ਦਿੰਦਾ ਹਾਂ। यीशु के नाम से हुक्म करते हैं। ਯਿਸੂ ਦੇ ਨਾਂ 'ਚ ਆਗਿਆ ਦਿੰਦਾ ਹਾਂ। यीशु जिंदा करते हैं। ਯਿਸੂ ਨੂੰ ਜਿੰਦਾ ਕਰਦਾ ਹੈ। राजा ने कहा, ਪਾਤਸ਼ਾਹ ਨੇ ਆਖਿਆ 10 दिन पहले मेरा बेटा मर गया। 10 ਦਿਨ ਪਹਿਲੇ ਮੇਰਾ ਮੁੰਡਾ ਗੁਜ਼ਰ ਗਿਆ। 10 दिन हो गया उसको दफनाया। 10 ਦਿਨ ਹੋ ਗਏ ਕਿ ਉਹਨੂੰ ਦਫਨ ਕੀਤਾ ਹੋਇਆ। क्या तुम उसको जिंदा कर सकते हैं? ਕੀ ਤੂੰ ਉਹਨੂੰ ਜਿੰਦਾ ਕਰ ਸਕਦਾ ਹੈ? क्या तुम मेरे बेटे जो मर गया 10 दिन पहले उसको दफनाया, जिंदा कर सकते हो? ਮੇਰਾ ਪੁੱਤਰ ਜਿਹਨੂੰ 10 ਦਿਨ ਹੋ ਗਏ ਮਰੇ ਤੇ ਉਹਨੂੰ ਦਫਨ ਕੀਤਾ ਹੋਇਆ, ਕੀ ਤੂੰ ਉਹਨੂੰ ਜਿੰਦਾ ਕਰ ਸਕਦਾ ਹੈ? सेंट पैट्रिक ने कहा हाँ कर सकते। ਸੈਂਟ ਪੈਟਰਿਕ ਨੇ ਕਿਹਾ ਹਾਂ ਕਰ ਸਕਦਾ। पूछा कहाँ रखे उसको? ਉਹਨੇ ਪੁੱਛਿਆ ਕਿੱਥੇ ਰੱਖਿਆ ਉਹਨੂੰ। सेंट पैट्रिक को उसके सेवक लोग लेके कब्रिस्तान में लेके गए। ਬਾਦਸ਼ਾਹ ਦੇ ਜਿਹੜੇ ਸੇਵਾਦਾਰ ਸੀ ਸੈਂਟ ਪੈਟਰਿਕ ਨੂੰ ਉਸ ਕਬਰ ਦੇ ਕੋਲੇ ਲੈ ਗਏ। राजा भी साथ चले गए। ਬਾਦਸ਼ਾਹ ਵੀ ਨਾਲ ਚਲਿਆ ਗਿਆ। सेंट पैट्रिक ने कहा बॉक्स निकालो। ਸੈਂਟ ਪੈਟਰਿਕ ਨੇ ਕਿਹਾ ਇਹ बक्से ਨੂੰ ਕੱਢ दो ਬਾਹਰ। तुरंत सेवक लोग कसी से मिट्टियां निकाल दें, बॉक्स बाहर निकाले, बॉक्स खोल दिया। इतनी बदबू 10 दिन हो गई। ਉਸੇ ਵੇਲੇ ਜਿਹੜੇ ਸੇਵਾਦਾਰਾਂ ਨੇ ਕਈਆਂ ਨਾਲ ਟੋਇਆ ਪੱਟ ਕੇ ਤੇ ਉਹ ਬਕਸਾ ਸੀ ਜਿਹੜਾ ਬਾਹਰ ਕੱਢ ਦਿੱਤਾ। ਜਦੋਂ ਉਹਨੂੰ ਖੋਲਿਆ ਤੇ ਇੰਨਾ ਮੁਸ਼ਕ ਉਹਦੇ ਚੋਂ ਮਾਰਦਾ ਸੀ ਕਿਉਂਕਿ 10 ਦਿਨ ਹੋ ਗਏ ਸੀ। सेंट पैट्रिक ने कहा, ਸੈਂਟ ਪੈਟਰਿਕ ਨੇ ਕਿਹਾ यीशु के नाम से हुक्म, ਯਿਸੂ ਦੇ ਨਾਂ ਦੇ ਵਿੱਚ ਤੈਨੂੰ ਮੈਂ ਕਹਿਣਾ
तुम जिंदा हो जाए। ਤੇ ਉੱਚੀ ਬਣ ਪਾ। जो बदबू मारते थे, ਜਿਹੜਾ ਮੁਸ਼ਕ ਆਉਂਦਾ ਸੀ, सड़ गया था, ਜਿਹੜਾ ਗਲ ਗਿਆ 10 ਸੀ, दिन हो गए थे, 10 ਦਿਨ ਹੋ ਗਏ ਸੀ, दफनाया था, ਦਫਨ ਕੀਤਾ वो ਹੋਇਆ ਸੀ, जिंदा हो गया। ਉਹ ਜਿਉਂਦਾ ਹੋ ਗਿਆ। यदि यीशु अंदर है, ਜੇ ਯਿਸੂ ਵਿੱਚ ਆ ਤਾਂ, यीशु अंदर है, ਜੇ ਯਿਸੂ ਵਿੱਚ ਆ ਤਾਂ, यीशु अंदर है, ਯਿਸੂ ਵਿੱਚ ਆ, यीशु अंदर है। ਯਿਸੂ ਅੰਦਰ ਆ। क्यों घबराते हो? ਕਿਉਂ ਘਬਰਾਉਨੇ वो ਹੋ? मुर्दों से जी उठा है, ਮਰਿਆਂ ਚੋਂ ਜਿਉਂਦਾ ਹੋ वो ਗਿਆ। जीवित है, ਉਹ ਜਿਉਂਦਾ वो ਹੈ। ज्योति में यीशु आपके अंदर है, ਉਹ ਜਲਾਲ ਦੇ ਨਾਲ ਭਰਿਆ ਮਸੀਹ ਤੁਹਾਡੇ ਅੰਦਰ ਹੈ। जलाल में यीशु आपके अंदर है। ਤੇ ਉਹ ਪ੍ਰਕਾਸ਼ਮਾਨ ਯਿਸੂ ਤੁਹਾਡੇ ਅੰਦਰ ਆ। जब जलाल में यीशु आपके अंदर है, ਉਹ ਜਲਾਲੀ ਮਸੀਹ ਜਦੋਂ ਤੁਹਾਡੇ ਵਿੱਚ ਆ ਤਾਂ वो यीशु आपके जीवन में चमत्कार करेंगे। ਉਹ ਯਿਸੂ ਤੁਹਾਡੀ ਜ਼ਿੰਦਗੀ ਚੋਂ ਮੌਜਜ਼ੇ ਕਰੂਗਾ। जिसके कान नहीं सुनते हाथ उठाएं। ਜਿਨ੍ਹਾਂ ਦੇ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਉਹ ਹੱਥ ਖੜੇ नहीं ਕਰਿਓ। रहते, सुनते, परफेक्ट है। जो कान नहीं सुनते हाथ उठाएं। जो बाइबल पढ़ते, प्रार्थना करते, गला कूटते हैं, रुकते हैं, वो हाथ उठाएं। ਬਾਈਬਲ ਪੜ੍ਹਦੇ ਹੋ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੁਹਾਡਾ ਗਲਾ ਘੁੱਟਿਆ ਜਾਂਦਾ ਹੈ, ਬੰਦ ਹੋ ਜਾਂਦਾ ਹੈ, ਉਹ ਹੱਥ ਖੜੇ ਕਰਿਓ। जिसके सिर भारी है, गर्दन झगड़े हुए हैं और कमर, सॉरी, कंधे दर्द कर रही हैं, वो हाथ उठाएं। अच्छा, तीनों। एक खड़े हो जाओ। आपका भी ठीक है, बैठ जाइए। प्रभु इनको ठीक करने जा रहे हैं। जीसस, विश्वास है आपको? विश्वास। आंखें बंद करो। टच, पावर। टच, खुल जाए। यस, ये ठीक हो रहे, ये ठीक हो रहे। टच, टेस्ट टेस्ट, ठीक हो रहे, ठीक हो रहे। दोनों बंधन खोल रहे, इनका दे खोल रहे, इनकी बंधन। यस 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 यस। टच, यस यस, भाई ठीक हो रही है, ठीक हो रही है, इनके बंधन खोल रही है।
इस बहन शैडो में ये ठीक होने जा रहे हैं। यस, ठीक हो रही हैं, खोल रहे इसके बंधन। यस यस यस, टच, यस, खोल रही है इसके बंधन। टच, टच, आजाद हो रहे प्रभु, इसको आजाद कर रही है। ताड़ी बजा के प्रभु को स्तुति करें। टच, जीसस नेम, जीसस। क्या हुआ था? एक्चुअली मैंने सफेद रोशनी ने चिट्टी रोशनी ने छुआ जी, तो मेरे गर्दन बहुत झगड़ी हुई थी, बहुत ठीक कर दी। जमा ठीक है? जमा तो नहीं जी, पर माड़ा मोटा जा पहला नालों बहुत ज्यादा ठीक है। ताड़ी बजा के हम प्रभु को स्तुति करें। जीसस नेम। की होगी सी दर्द हो रहा सी बड़ा, स्टंट पिया सी ना, ਉਹਦੇ ਕਰਕੇ दर्द हो रहा सी ਉੱਤੇ बैठे बैठे। ਹੁਣ ਕਿਵੇਂ? ਹੁਣ ठीक है, जमा ठीक है? ठीक है। ताड़ी बजा के प्रभु को स्तुति करें। कैसे बहन? मैं बिल्कुल ठीक है जी। पहले कैसे थे? मेरा सिर बहुत ज़्यादा भारी हो रहा ਸੀ, 4-5 ਦਿਨ ਹੋ ਗਏ ਸੀ ਜੀ। ਸਾਹ ਘੁੱਟ ਲੱਗ ਜਾਂਦੇ, ਸਾਹ ਨਹੀਂ ਆਉਂਦਾ ਸੀਗਾ, ਮਤਲਬ ਚੱਕਰ ਆ ਲੱਗ ਜਾਂਦੇ ਸੀਗੇ। ਹੁਣ ਬਿਲਕੁਲ ਠੀਕ ਹੈ, जमा ठीक है? बिल्कुल ठीक है। ये रुमाल दे दो। ताड़ी बजा के हम प्रभु को स्तुति करें। जब यीशु अंदर है, ਜਦੋਂ ਯੀਸ਼ੂ ਵਿੱਚ ਆ ਤਾਂ वो मुर्दे के अंदर जान डाल देंगे। ਉਹ ਮਰੇ 'ਚ ਵੀ ਜੀਵਨ ਪਾ ਦੇਵੇਗਾ। जब यीशु आपके अंदर है, ਜਦੋਂ ਯੀਸ਼ੂ ਤੁਹਾਡੇ ਵਿੱਚ ਆ तेरी आंसू खत्म हो जाएंगे, ਤਾਂ ਤੇਰੇ ਹੰਝੂ ਮੁੱਕ ਜਾਣਗੇ, तेरे कर्जा खत्म हो ਤੇਰਾ जाएंगे। ਕਰਜ਼ਾ ਚਲਾ ਜਾਵੇਗਾ। जब यीशु आपके अंदर है, ਜਦੋਂ ਯੀਸ਼ੂ ਤੁਹਾਡੇ ਵਿੱਚ ਆ आपके हाथ यीशु का है, ਤੁਹਾਡਾ ਹੱਥ ਹੀ ਯੀਸ਼ੂ ਦਾ ਆ। आपके सिर यीशु का है, ਤੁਹਾਡਾ ਸਿਰ ਯੀਸ਼ੂ ਦਾ ਆ। आपकी आंखें यीशु का है। ਤੁਹਾਡੀਆਂ ਅੱਖਾਂ ਯੀਸ਼ੂ ਦੀਆਂ ਨੇ। यीशु की आंखों में क्या है? ਯੀਸ਼ੂ ਦੀਆਂ ਅੱਖਾਂ 'ਚ ਕੀ ਹੈ? आग निकलती है। ਅੱਗ ਨਿਕਲਦੀ ਹੈ। देखना, आप अभिषिक्त लोगों को आंखों में ध्यान से देखें, आग दिखाई देंगे। ਤੁਸੀਂ ਜਿਹੜੇ ਮਸਾ ਪਾਇਆਂ ਦੀਆਂ ਅੱਖਾਂ ਦੇ ਵਿੱਚ ਧਿਆਨ ਨਾਲ ਦੇਖੋਗੇ, ਅੱਗ ਦਿਖੂਗੀ ਤੁਹਾਨੂੰ। मैं देख रहा हूं आपके आंखों में आग है। ਮੈਂ ਦੇਖਦਾ ਤੁਹਾਡੀਆਂ ਅੱਖਾਂ 'ਚ ਅੱਗ ਹੈ। दो व्यक्ति बैठे, परमेश्वर इन्हें आग के साथ इस्तेमाल करने जा रहे हैं। जब यीशु आपके अंदर है, ਜਦੋਂ ਯੀਸ਼ੂ ਤੁਹਾਡੇ ਵਿੱਚ ਆ ਤਾਂ आपको लगेगा आप डूबेगा, लेकिन नहीं डूबने देंगे। ਤੁਹਾਨੂੰ ਏਦਾਂ ਲੱਗੂਗਾ ਕਿ ਤੁਸੀਂ ਡੁੱਬ ਰਹੇ ਹੋ, ਪਰ ਤੁਸੀਂ ਤੁਹਾਨੂੰ ਡੁੱਬਣ ਨਹੀਂ ਦਿੱਤਾ लगेगा ਜਾਵੇਗਾ। कर्जा में नहीं, कर्जा में नहीं होने देंगे। ਲੱਗੂਗਾ ਕਿ ਤੁਸੀਂ ਕਰਜ਼ਾਈ ਹੋ ਗਏ ਹੋ, ਪਰ ਤੁਸੀਂ ਕਰਜ਼ਾਈ ਨਹੀਂ ਹੋਵੋਗੇ। लगेंगे अब बीमारी में रहेंगे, नहीं होने देंगे। ਲੱਗੂਗਾ ਕਿ ਤੁਸੀਂ ਰੋਗੀ ਹੋ, ਪਰ ਤੁਸੀਂ ਰੋਗੀ ਨਹੀਂ ਹੋਵੋਗੇ।
चंगा करने वाला यीशु आपके साथ है। ਚੰਗਾਈ ਦੇਣ ਵਾਲਾ ਮਸੀਹ ਯੀਸ਼ੂ ਤੁਹਾਡੇ ਨਾਲ ਹੈ। सेंट पैट्रिक ने विश्वास किया, ਸੈਂਟ ਪੈਟ੍ਰਿਕ ਨੇ ਵਿਸ਼ਵਾਸ ਕੀਤਾ, यीशु मेरे अंदर है, ਯੀਸ਼ੂ ਮੇਰੇ ਵਿੱਚ ਹੈ, यीशु मेरा सराउंड है, ਯੀਸ਼ੂ ਮੇਰੇ ਆਲੇ ਦੁਆਲੇ ਹੈ, यीशु मेरे ऊपर है, ਯੀਸ਼ੂ ਮੇਰੇ ਉੱਤੇ ਆ, यीशु मेरे नीचे है। ਯੀਸ਼ੂ ਮੇਰੇ ਥੱਲੇ ਆ। जब यीशु आपके अंदर है, ਜਦੋਂ ਯੀਸ਼ੂ ਤੁਹਾਡੇ ਵਿੱਚ ਆ, यीशु आपके बंधनों को खोलेंगे। ਯੀਸ਼ੂ ਤੁਹਾਡੇ ਜੁਲਿਆਂ ਨੂੰ ਤੋੜੇਗਾ। यीशु आपके अंदर ये बंधनों में नहीं रह सकते। ਜਦੋਂ ਯੀਸ਼ੂ ਤੁਹਾਡੇ ਵਿੱਚ ਆ ਤਾਂ ਤੁਸੀਂ ਫਿਰ ਜਕੜੇ ਨਹੀਂ ਰਹੋਗੇ। जब यीशु आपके बाहर रहेंगे, ਜਦੋਂ ਯੀਸ਼ੂ ਤੁਹਾਡੇ ਬਾਹਰ ਰਹੂਗਾ दुष्ट आपके अंदर एंटर करने के लिए मौका मिलते ਤਾਂ हैं। ਉਸ ਵੈਰੀ ਨੂੰ ਮੌਕਾ ਮਿਲ ਜਾਂਦਾ ਕਿ ਤੁਹਾਡੇ ਅੰਦਰ ਵੜ ਜਾਵੇ। आपके घर और कोई आके कब्जा करने के लिए किसी को हिम्मत है? ਤੁਹਾਡੇ हिम्मत है? ਤੁਹਾਡੇ ਘਰ ਦੇ ਵਿੱਚ ਕੋਈ ਨਜਾਇਜ਼ ਆ ਕੇ ਰਹਿਣ ਲੱਗ ਜੇ ਤੇ ਉਹਦੀ ਜ਼ਰੂਰਤ ਹੈਗੀ ਆ? चाहे दरवाजा दिन रात खुला रहे, को किसी को हिम्मत है आपका घर कब्जा करने के लिए? ਤੁਹਾਡਾ ਦਰਵਾਜ਼ਾ ਬਾਹਰ ਦਿਨ ਰਾਤ ਭਲਾ ਖੁੱਲਾ ਰਵੇ, ਕਿਸੇ ਦੀ ਜ਼ਰੂਰਤ ਹੈਗੀ ਆ ਕਿ ਉਹ ਨਜਾਇਜ਼ ਕਬਜ਼ਾ ਕਰ ਲੇ ਤੁਹਾਡੇ ਘਰ ਤੇ? नहीं कर सकता है। ਨਹੀਂ ਕਰ ਸਕਦਾ ਉਹ, आपका ही है। ਕਿਉਂਕਿ ਉਹ ਤੁਹਾਡਾ ਹੈ। आप घर छोड़ के चले जाइए, ਤੁਸੀਂ ਘਰ ਨੂੰ ਛੱਡ ਕੇ ਚਲੇ ਜਾਓ, 1 साल बाहर रह के देखो, 1 ਸਾਲ ਬਾਹਰ ਰਹਿ ਕੇ ਵੇਖਿਓ, आप घर में वापस आएंगे, आपको घर से बाहर निकालने की कोशिश करेंगे, कोई अंदर बढ़ेंगे, बोलेंगे ये मेरे घर हैं। ਤੇ ਤੁਹਾਨੂੰ ਫਿਰ ਘਰੋਂ ਬਾਹਰ ਕੱਢਣ ਦੇ ਲਈ ਉਹ ਕੋਸ਼ਿਸ਼ਾਂ ਕਰਨਗੇ, ਉਹ ਕਹਿਣਗੇ ਸਾਡਾ ਘਰ ਹੈ, ਤੁਸੀਂ ਨਿਕਲੋ ਇੱਥੋਂ। जब ये आप घर के अंदर है, ਜਦੋਂ ਤੁਸੀਂ ਉਹ ਘਰ ਦੇ ਵਿੱਚ ਹੋ ਤਾਂ वो घर में कोई नहीं आ सकते हैं। ਫਿਰ ਦੂਜਾ ਨਹੀਂ ਉਹ ਘਰ ਚ जब ਕੋਈ ਆ यीशु ਸਕਦਾ। आपके अंदर है, ਜਦੋਂ ਯੀਸ਼ੂ ਤੁਹਾਡੇ ਚ ਹੈ ਤਾਂ दुष्ट नहीं आ सकते ਫਿਰ हैं। ਉਹ ਵੈਰੀ ਨਹੀਂ ਆ ਸਕਦਾ। जब आपके दिल खाली होते हैं, ਜਦੋਂ ਤੁਹਾਡਾ ਮਨ ਖਾਲੀ ਹੋ ਜਾਂਦਾ ਹੈ दुष्ट प्रबल हो जाते हैं, ਤਾਂ ਫਿਰ ਉਹ ਵੈਰੀ ਹੱਲਾ ਬੋਲਦਾ ਹੈ, दुष्ट आ जाते हैं, ਫਿਰ ਉਹ ਵੈਰੀ ਆਉਂਦਾ ਹੈ, दुष्ट रहते हैं। ਫਿਰ ਉਹ ਵੈਰੀ ਰਹਿੰਦਾ ਹੈ। दिल खाली नहीं होने देना है। ਮਨ ਨੂੰ ਖਾਲੀ ਨਹੀਂ ਹੋਣ अब बोले ਦੇਣਾ। मेरे पीछे है, ਹੁਣ ਬੋਲਣਾ ਮੇਰੇ ਮਗਰ। मेरे दिल में यीशु है। ਮੇਰੇ ਦਿਲ में यीशु है। बोलो बोलो बोलो, मेरे दिल में यीशु है। 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 यीशु मेरे दिल में है। यीशु मेरे दिल में है। बोलो ना, यीशु मेरे दिल में है। यीशु मेरे दिल में है। शैतान, शैतान तुझे कोई जगह नहीं है, तुझे कोई जगह नहीं है। तुम मेरे पाँव के नीचे है, तू मेरे पाँव के नीचे है। तेरे सिर कुचले हुए हैं, तेरा सिर कुचला हुआ है। तुम मेरे पाँव के नीचे हैं, तुम मेरे पाँव के नीचे तुम है। मेरे जूते के नीचे हैं, तुम मेरे जूते के नीचे तेरे है। नंबर 0 है, तेरा नंबर 0 है। तुम दूर हो जा। दूर हो जा। गेट आउट। रोज शैतान को कहना गेट आउट, रोज शैतान नु कहना निकल जाओ, वो भाग जाएंगे, फिर वो दौड़ जाऊगा, आपसे भागेंगे, ਤੁਹਾਡੇ ਚੋਂ ਦੌੜ ਜਾਊਗਾ, बिजनेस से भागेंगे, ਤੁਹਾਡੇ ਵਪਾਰ ਚੋਂ ਭੱਜ ਜਾਊਗਾ, आपकी खेत से भागेंगे, ਤੁਹਾਡੀ ਪੈਲੀ ਦੇ ਵਿੱਚੋਂ ਨਿਕਲ पशु ਜਾਊਗਾ, डंगर से ਤੁਹਾਡੇ भागेंगे, ਜਾਨਵਰਾਂ ਚੋਂ ਨਿਕਲ ਜਾਊਗਾ, आपके परिवार से भागेंगे, ਤੁਹਾਡੇ ਘਰ ਦੇ ਵਿੱਚੋਂ ਨਿਕਲ ਜਾਊਗਾ, क्योंकि यीशु आपके अंदर है। ਕਿਉਂਕਿ ਹੁਣ ਯੀਸ਼ੂ ਤੁਹਾਡੇ ਵਿੱਚ ਆ। जब किस्ती में यीशु इन शिष्यों को साथ थे, ਜਦੋਂ ਬੇੜੀ ਦੇ ਵਿੱਚ ਯੀਸ਼ੂ ਉਸ ਸ਼ਾਗਿਰਦਾਂ ਦੇ ਨਾਲ ਸੀ, लेकिन ये शिष्य लोग घबरा गए हैं, ਪਰ ਇਹ ਸ਼ਾਗਿਰਦ ਘਬਰਾ ਗਏ, लेकिन यीशु खड़े हो गए, ਪਰ ਯੀਸ਼ੂ ਖੜੋ ਗਿਆ, आंधी लहरों को ढांढा है, ਹਨੇਰੀ ਤੂਫਾਨ ਨੂੰ ਝਿੜਕ ਦਿੱਤਾ, थम जाए, ਰੁਕ ਜਾਓ, तुरंत थम गया है। ਉਸੇ ਵੇਲੇ ਉਹ ਸ਼ਾਂਤ ਹੋ ਗਏ, यीशु अंदर है, ਕਿਉਂਕਿ ਯੀਸ਼ੂ ਅੰਦਰ ਹੈ। क्यों घबराते हो? ਫਿਰ ਕਿਉਂ ਘਬਰਾਉਨੇ ਆ? पौलुस कहते हैं, ਪੌਲੁਸ ਆਖਦਾ ਹੈ गलातियों को पत्र 2 अध्याय उसकी 20 आयत में, ਗਲਾਤੀਆਂ ਦੇ ਖੱਤ 2:20 ਦੇ ਵਿੱਚ, मैं यीशु के साथ क्रूस पर मरे हैं, ਮੈਂ ਯੀਸ਼ੂ ਦੇ ਨਾਲ ਸਲੀਬ ਦੇ ਦਿੱਤਾ अब ਗਿਆ, मैं जीवित नहीं रहे, ਹੁਣ ਮੈਂ ਜਿਉਂਦਾ ਨਹੀਂ अब ਹਾਂ, यीशु मसीह मुझ में जीवित ਹੁਣ है। ਯੀਸ਼ੂ ਮਸੀਹ ਮੇਰੇ ਵਿੱਚ ਜਿਉਂਦਾ ਹੈ, Jesus is lives in me, ਉਹ ਜ਼ਿੰਦਾ ਯੀਸ਼ੂ ਮੇਰੇ ਵਿੱਚ I ਹੈ। am crucified with Jesus, ਮੈਂ ਮਸੀਹ ਦੇ ਨਾਲ ਸਲੀਬ ਦੇ ਦਿੱਤਾ ਗਿਆ, now Jesus is alive in me, ਪਰ ਜਿੰਦਾ ਯੀਸ਼ੂ ਮੇਰੇ ਵਿੱਚ ਹੈ। यीशु मेरे अंदर ਹੁਣ है। ਮੈਂ ਮਸੀਹ ਯੀਸ਼ੂ ਦੇ ਵਿੱਚ ਜਿਉਂਦਾ ਹਾਂ। कब आप यीशु में आ गए? ਕਦੋਂ ਤੁਸੀਂ ਯੀਸ਼ੂ ਦੇ ਵਿੱਚ ਆ ਗਏ ਹੋ? जब आप तौबा करते, ਜਦੋਂ ਤੁਸੀਂ ਮਨ ਫਿਰਾਨੇ ਹੋ, बपतिस्मा लेते, ਜਦੋਂ ਤੁਸੀਂ ਬਪਤਿਸਮਾ ਲੈਨੇ ਹੋ, आप यीशु में आ गए हैं, ਤੁਸੀਂ ਯੀਸ਼ੂ ਦੇ ਵਿੱਚ ਆ ਗਏ ਹੋ। तौबा किया, ਤੁਸੀਂ ਮਨ ਫਿਰਾਇਆ, यीशु अंदर आ गए। ਹੁਣ ਯੀਸ਼ੂ ਅੰਦਰ ਆ ਗਿਆ। जब आपने बपतिस्मा लिया, ਜਦੋਂ ਤੁਸੀਂ ਬਪਤਿਸਮਾ ਲੈ ਲਿਆ, यीशु के साथ मारा गए, ਯੀਸ਼ੂ ਦੇ ਨਾਲ ਮਾਰ ਦਿੱਤੇ ਗਏ, गाड़ा गए, ਦਫਨਾ ਦਿੱਤੇ ਗਏ, मुर्दों से जी उठा, ਮੁਰਦਿਆਂ ਚੋਂ ਜਿੰਦੇ ਹੋ ਗਏ। मरा हुआ यीशु
ਮਰਿਆ ਹੋਇਆ ਯੀਸ਼ੂ, गाड़ा हुआ यीशु, ਦਫਨ ਕੀਤਾ ਯੀਸ਼ੂ, पुनरुत्थान का यीशु, ਜੀ ਉੱਠਿਆ ਯੀਸ਼ੂ, महिमा में यीशु, ਜਲਾਲੀ ਯੀਸ਼ੂ, चौदी में यीशु ਉਸ ਚਾਨਣ ਦੇ ਵਿੱਚ ਯੀਸ਼ੂ आपके अंदर है, ਤੁਹਾਡੇ ਵਿੱਚ ਆ, आपके अंदर है। ਤੁਹਾਡੇ ਵਿੱਚ वो ਆ। चमत्कार करने वाले हैं, ਮੁਝਸੇ ਕਰਨ ਵਾਲਾ, आशीष देने वाले हैं, ਬਰਕਤ ਦੇਣ ਵਾਲਾ, चंगाई देने वाले हैं, ਚੰਗਾ ਕਰਨ ਵਾਲਾ, ब्लस करने वाले हैं, ਆਸ਼ੀਸ਼ ਕਰਨ ਵਾਲਾ, धन संपत्ति लाने वाले हैं, ਧਨ ਮਾਲ ਲੈ ਕੇ ਆਉਣ ਵਾਲਾ, गरीबी दूर करने वाले हैं, ਗਰੀਬੀ ਨੂੰ ਹਟਾਉਣ ਵਾਲਾ, वो शांति देने वाले ਉਹ हैं। ਤਸੱਲੀ ਦੇਣ ਵਾਲਾ। उस यीशु को हम धन्यवाद करें। ਉਸ ਯੀਸ਼ੂ ਦੀ ਆਪਾਂ ਵਡਿਆਈ ਕਰੀਏ। कितनी धन्यवाद करो फिर भी पूरा नहीं होगा, ਕਿੰਨਾ ਵੀ ਉਹਦਾ ਸ਼ੁਕਰਾਨਾ ਕਰੋ ਬਹੁਤ ਥੋੜਾ ਹੋਊਗਾ। कितनी भी धन्यवाद करो पूरा नहीं होगा। ਕਿੰਨਾ ਵੀ ਸ਼ੁਕਰਾਨਾ ਕਰੋ ਬਹੁਤ ਘੱਟ आइए हम ਰਹੂਗਾ। सब लोग खड़े हो जाएं, उस परमेश्वर को हम स्तुति करें, तारीफ करें, धन्यवाद करें। कोई आ गया जाए।